आसा महला पंजवा। सोए रही प्रभ खबर न जानी, भोर पया बार पछतानी। प्रिय प्रेम सहज मन आनंद तरोरी, प्रभ मिलवे की लालसा ताते आलस कहो करोरी। कहाँ करोरी रहो कर मैं अमृत आन निसारियो, खिसर गयो परमा पर डारियो। साध मोहे लादी अहंकारे, दोष नहीं प्रभ करने हार। साध संग मिटे परम अंधारे, नानक मिली सिरजनहार। आवो सिख सतगुरु के प्यारे हो, गावो सच्ची बाणी। बाणी तो गावो गुरु केरी बाणिया सिरबाणी। बाणी तो गावो गुरु केरी बाणिया सिरबाणी। ज़हरा ज़हूर हाजरा हजूर, सर्व कला भरपूर समरथ गुरु, लोक परलोक दे रखियक भगत वशल ज्ञान दे सागर। गुरुआं दे गुरु, गुरुआं भगतां भट्टां सिखां दी इलाही बाणी। बाणी गुरु जोत रूप दे विच, शब्द रूप दे विच। धन धन श्री गुरु ग्रंथ साहिब जी महाराज, महाराज जी की पावन पवित्र गोद हजूरी दे विच गुरु शब्द दे नाल जुड़ बैठी साध संगत जी, धनता दे योग बड़ भागे हो। गुरु साहब ने मेहर कृपा दया की है। इस कलयुग दे विच सब ते उत्तम हर की कथा, नाम सुनत दर्द दुख लथा दे महावाक अनुसार सानू शब्द और शब्द दी विचार सुनने दा महाराज जी ने समा बख्शिश कीता है। शब्द नू जेकर विचार लिया जाए तो शब्द दा रस वध जांदा है। गल नू जेकर विचार लिया जाए, गल दा अर्थ या मतलब समझ आ जांदा है। किसी नू गल, किसी दी गल नू विचारिया ना जाए, उस दी कही हुई गल दा असर भी नहीं हुंदा। जे किसी दी कही हुई गल नू विचारिया ना जाए, उस कही हुई गल का असर भी नहीं होंदा। जे पढ़ी हुई बाणी नू महाराज जी फरमान करते ने ना विचारिया जाए तो बाणी जड़ी है वो भी अपना उन्ना असर नहीं सानू दे सकती जिन्ना चाहिए। क्योंकि बाणी जो विचारेगा, बाणी का असर उस पर ही होएगा। विद्या विचारी तो पर उपकारी,
ਜੋ ਵਿਦਿਆ ਨੂੰ ਵਿਚਾਰੇਗਾ ਪਰਉਪਕਾਰੀ ਸੁਭਾਅ ਉਸ ਦਾ ਹੀ ਬਣੇਗਾ, ਧਰਮੀ ਉਹ ਹੀ ਬਣੇਗਾ, ਕਿਉਂਕਿ ਉਸ ਨੂੰ ਗਿਆਨ ਪ੍ਰਾਪਤ ਹੋਏਗਾ। ਜੇ ਨਾ ਵਿਚਾਰੀ ਜਾਏ ਤਾਂ ਸਾਨੂੰ ਕਿਸੇ ਵੀ ਚੀਜ਼ ਬਾਰੇ ਗਿਆਨ ਨਹੀਂ ਹੋਣਾ ਜਾਂ ਪਤਾ ਨਹੀਂ ਲੱਗਣਾ। ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਸਾਨੂੰ ਦੱਸਦੀ ਹੈ ਵੀ ਗੁਰਮਤਿ ਜਾਂ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਹੈ, ਵਿਚਾਰ ਕੇ ਪੜ੍ਹਨਾ ਜਾਂ ਪੜ੍ਹ ਕੇ ਵਿਚਾਰਨਾ। ਇਸ ਤਰ੍ਹਾਂ ਵੀ ਹੋ ਸਕਦਾ ਹੈ, ਦੋਵੇਂ ਤਰ੍ਹਾਂ ਦੇ ਨਾਲ। ਬਾਣੀ ਵਿਚਾਰਾਂਗੇ ਤੇ ਅਸੀਂ ਬਾਣੀ ਤੋਂ ਲਾਹਾ ਲਵਾਂਗੇ। ਜੇ ਬਾਣੀ ਨੂੰ ਨਾ ਵਿਚਾਰਾਂਗੇ ਤੇ ਬਾਣੀ ਤੋਂ ਲਾਹਾ ਨਹੀਂ ਮਿਲੇਗਾ। ਸੋ ਅਸੀਂ ਰੋਜ਼ ਜਿੰਨੀ ਕੁ ਮਹਾਰਾਜ ਜੀ ਸਮਰੱਥਾ ਬਖਸ਼ਦੇ ਨੇ, ਸਮਤ ਬਖਸ਼ਦੇ ਹਨ, ਉਸ ਦੇ ਮੁਤਾਬਕ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਅਸੀਂ ਸਾਂਝੀ ਕਰੀਦੀ, ਆਪਦੇ ਨਾਲ ਸਾਂਝ ਪਾਈਦੀ ਹੈ, ਤਾਂ ਜੋ ਸਾਡਾ ਜੀਵਨ ਜਿਹੜਾ ਹੈ ਗੁਰਮਤਿ ਵਾਲਾ ਬਣ ਜਾਏ। ਸਾਡੇ ਜੀਵਨ ਦੇ ਵਿੱਚ ਕੁਝ ਨਾ ਕੁਝ ਬਦਲਾਵ ਆ ਜਾਏ। ਸਾਡੇ ਜੀਵਨ ਦੇ ਵਿੱਚ ਜਿਹੜੀ ਪਰੇਸ਼ਾਨੀ ਅਤੇ ਅਸ਼ਾਂਤੀ ਹੈ, ਜਿਹੜਾ ਮਨੁੱਖ ਨੂੰ ਟਿਕਾ ਨਹੀਂ ਮਿਲਦਾ, ਉਹ ਸ਼ਾਂਤੀ ਜਿਹੜੀ ਹੈ, ਉਹ ਟਿਕਾ ਜਿਹੜਾ ਮਿਲਣ ਲੱਗ ਜਾਏ। ਉਹ ਜਿਹੜੇ ਦੁੱਖ ਕਲੇਸ਼ ਸਾਡਾ ਖਹਿੜਾ ਨਹੀਂ ਛੱਡਦੇ, ਪਰੇਸ਼ਾਨ ਕਰਦੇ ਹਨ, ਉਹਨਾਂ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਮਿਲ ਜਾਏ। ਸੋ ਜਿਵੇਂ ਮੈਂ ਬੇਨਤੀ ਕੀਤੀ ਹੈ, ਵਿਚਾਰ, ਜਦੋਂ ਵਿਚਾਰ ਦੇ ਵਿੱਚ ਗੱਲ ਆ ਜਾਂਦੀ ਹੈ ਫਿਰ ਉਸ ਦਾ ਅਰਥ ਬਹੁਤ ਡੂੰਘਾ ਹੋ ਜਾਂਦਾ ਹੈ। ਜਦੋਂ ਗੱਲ ਵਿਚਾਰ ਦੇ ਵਿੱਚ ਆ ਜਾਂਦੀ ਹੈ ਉਹਦਾ ਅਸਰ ਵੀ, ਅਰਥ ਵੀ ਅਤੇ ਅਸਰ ਵੀ ਬਹੁਤ ਡੂੰਘਾ ਹੁੰਦਾ ਹੈ। ਅਤੇ ਜਿਸ ਦਾ ਅਰਥ ਅਤੇ ਅਸਰ ਡੂੰਘਾ ਹੋਵੇ, ਜਿਸ ਦਾ ਅਰਥ ਔਰ ਅਸਰ ਡੂੰਘਾ ਹੋਵੇ, ਉਹ ਚੀਜ਼ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਸੋ ਜਿਹੜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਰੋਜ਼, ਇਸ ਨੂੰ ਕਹਿੰਦੇ ਨੇ ਚਾਨਣ। ਗੁਰਬਾਣੀ ਇਸ ਜਗ ਮੈਂ ਚਾਨਣ। ਜਦੋਂ ਅਸੀਂ ਇਸ ਦਾ ਆਸਰਾ ਲੈਂਦੇ ਹਾਂ ਫਿਰ ਇਸ ਦਾ ਅਸਰ ਜਾਂ ਇਸ ਦਾ ਅਰਥ, ਇਸ ਦੀ ਡੂੰਘਾਈ, ਉਹਦਾ ਸਾਡੇ 'ਤੇ ਬਹੁਤ ਗਹਿਰਾ ਅਸਰ ਹੁੰਦਾ ਹੈ। ਇੱਥੇ ਤੱਕ ਬਾਣੀ ਵਿੱਚ ਲਿਖਿਆ ਵੀ ਪਿਛਲੇ ਜੋ ਵੀ ਜਨਮ ਜਿਹੜੇ ਨੇ, ਉੱਥੇ ਤੱਕ ਦਾ ਜਿਹੜਾ ਹਿਸਾਬ ਕਿਤਾਬ ਜਿਹੜਾ ਹੈ ਉਹ ਵੀ ਖਤਮ ਤੱਕ ਹੋ ਸਕਦਾ ਹੈ। ਲੇਖਾ ਕੱਟਿਆ ਜਾ ਸਕਦਾ, ਲੇਖਾ ਮੁਕਾਇਆ ਜਾ ਸਕਦਾ। ਜਿਸ ਗਿਆਨ ਰੂਪੀ ਵਿਦਿਆ ਨੂੰ ਅਸੀਂ ਧਿਆਨ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਵਸਾ ਲਵਾਂਗੇ ਤਾਂ ਇਸ ਦਾ ਅਸਰ ਬਹੁਤ ਗਹਿਰਾ ਅਤੇ ਡੂੰਘਾ ਜਿਹੜਾ ਸਾਡੇ ਅੰਦਰ ਘਰ ਘਰ ਜਾਏਗਾ। ਸੋ ਇਸ ਕਰਕੇ ਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ, ਸ਼ਬਦ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ, ਸ਼ਬਦ ਨੂੰ ਖੋਜਣਾ ਬਹੁਤ ਜ਼ਰੂਰੀ ਹੈ, ਆਪਣੇ ਆਪ ਨੂੰ ਖੋਜਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਖੋਜਾਂਗੇ, ਖੋਜਤ ਖੋਜਤ ਖੋਜਿਆ ਨਾਮੇ ਬਿਨ ਸਭ ਕੂਰ, ਬਾਣੀ ਦਾ ਫਰਮਾਨ ਹੈ। ਜਦੋਂ ਖੋਜਣਾ ਸ਼ੁਰੂ ਕੀਤਾ ਤਾਂ ਫਿਰ ਸਾਨੂੰ ਅਸਲੀ ਚੀਜ਼ ਦਾ ਪਤਾ ਲੱਗਿਆ ਵੀ ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ ਸਭ ਕੁਝ ਝੂਠ ਹੈ। ਸਾਨੂੰ ਪਤਾ ਲੱਗਿਆ ਵੀ ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ ਸਭ ਕੁਝ ਮਿਥਿਆ। ਉਦੋਂ ਤੱਕ ਸਾਨੂੰ ਨਹੀਂ ਸੀ ਪਤਾ ਲੱਗਾ ਜਦੋਂ ਤੱਕ ਅਸੀਂ ਸਤ ਸੰਗਤ ਨਹੀਂ ਸੀ ਕੀਤੀ। ਸਾਨੂੰ ਕੇਵਲ ਆਪਣਾ ਪਰਿਵਾਰ ਹੀ ਸੱਚਾ ਲੱਗਦਾ ਸੀ, ਪੂਰਾ ਲੱਗਦਾ ਸੀ। ਸੰਸਾਰ ਹੀ ਜਿਹੜਾ ਸਾਨੂੰ ਦਿਸ ਰਿਹਾ ਸੀ ਉਹ ਪੂਰਨ ਲੱਗਦਾ ਸੀ ਜਾਂ ਪੂਰਾ ਲੱਗਦਾ ਸੀ। ਪਰ ਜਦੋਂ ਗਿਆਨ ਪ੍ਰਾਪਤ ਹੋਇਆ ਉਦੋਂ ਫਿਰ ਸਾਨੂੰ ਸੰਸਾਰ ਦੇ ਬਾਰੇ ਗਿਆਨ ਹੋ ਗਿਆ, ਨਿਰੰਕਾਰ ਦੇ ਬਾਰੇ ਗਿਆਨ ਹੋ ਗਿਆ, ਸੱਚ ਬਾਰੇ ਗਿਆਨ ਹੋ ਗਿਆ, ਝੂਠ ਬਾਰੇ ਗਿਆਨ ਹੋ ਗਿਆ, ਸਹੀ ਚੰਗੇ ਮਾੜੇ ਬਾਰੇ ਗਿਆਨ ਹੋ ਗਿਆ। ਅਤੇ ਫਿਰ ਸਾਨੂੰ ਚੋਣ ਕਰਨੀ ਸੌਖੀ ਹੋਈ ਵੀ ਅਸੀਂ ਕਿਹੜੀ ਚੀਜ਼ ਚੁਣਨੀ ਹੈ, ਸੱਚ ਚੁਣਨਾ ਜਾਂ ਝੂਠ ਚੁਣਨਾ, ਸੰਸਾਰ ਦਾ ਮੋਹ ਚੁਣਨਾ, ਸੰਸਾਰ ਦਾ ਰਸ ਚੁਣਨਾ
ਜਾਂ ਨਿਰੰਕਾਰ ਦੀ ਉਸ ਬਾਣੀ ਨੂੰ, ਨਿਰੰਕਾਰ ਦੀ ਉਸ ਬਖਸ਼ਿਸ਼ ਨੂੰ ਅਸੀਂ ਚੁਣਨਾ। ਫਿਰ ਸਾਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਸੱਚ ਨੂੰ ਹੀ ਚੁਣਨਾ, ਸੱਚ ਨੂੰ ਹੀ ਪ੍ਰਾਪਤ ਕਰਨਾ, ਕਿਉਂਕਿ ਅਸੀਂ ਸੱਚ ਦਾ ਲਾਹਾ ਲੈਣ ਆਏ ਹਾਂ। ਅਸੀਂ ਸੱਚ ਦੇ ਘਰ ਵਿੱਚ ਜੁੜਨ ਦੇ ਲਈ ਆਏ ਹਾਂ। ਅਸੀਂ ਸੱਚ ਕਮਾਉਣ ਦੇ ਲਈ ਆਏ ਹਾਂ। ਸੋ ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਸਾਨੂੰ ਖੋਜਣ ਦੇ ਲਈ, ਵਿਚਾਰ ਕਰਨ ਦੇ ਲਈ ਇਹ ਵਾਰ-ਵਾਰ ਕਹਿ ਰਹੀ ਹੈ। ਅਤੇ ਅਸੀਂ ਸ਼ਬਦ ਦੀ ਵਿਚਾਰ ਜਿਹੜੀ ਹੈ ਗੁਰੂ ਦੀ ਕਿਰਪਾ ਦੇ ਨਾਲ ਸਾਂਝੀ ਕਰਦੇ ਹਾਂ, ਸ਼ੇਅਰ ਕਰਦੇ ਹਾਂ, ਤਾਂ ਜੋ ਸਾਨੂੰ ਗੁਰਬਾਣੀ ਦਾ ਪਤਾ ਲੱਗ ਸਕੇ ਵੀ ਗੁਰਬਾਣੀ ਹੈ ਕੀ। ਸਾਨੂੰ ਗੁਰਬਾਣੀ ਦੇ ਬਾਰੇ ਜਾਣਕਾਰੀ ਮਿਲ ਸਕੇ ਵੀ ਗੁਰਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਦੇ ਵਿੱਚ ਬਦਲਾਵ ਕਿਵੇਂ ਕਰ ਸਕਦੀ ਹੈ। ਇਹ ਸਾਨੂੰ ਗੁਰਬਾਣੀ ਦੀ ਵਿਚਾਰ ਰਾਹੀਂ ਹੀ ਪਤਾ ਚੱਲਦਾ ਹੈ। ਸੋ ਲੜੀਵਾਰ ਅੱਜ ਦਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 399 ਦੇ ਉੱਪਰ 389 ਦੇ ਉੱਪਰ ਅੰਕਿਤ ਹੈ। ਆਸਾ ਮਹੱਲਾ ਪੰਜਵਾਂ। ਸੋਏ ਰਹੀ ਪ੍ਰਭ ਖਬਰ ਨਾ ਜਾਨੀ, ਭੋਰ ਭਇਆ ਬਹੁਰ ਪਛਤਾਨੀ। ਗੁਰੂ ਸਾਹਿਬ ਜੀ ਜੀਵ ਇਸਤਰੀ ਜਾਂ ਇਸ ਜਿੰਦ ਦੀ ਗੱਲ ਕਰ ਰਹੇ ਨੇ, ਜੀਵ ਆਤਮਾ ਵੀ ਕਹਿ ਸਕਦੇ। ਕਹਿੰਦੇ ਜਦੋਂ ਦਾ ਇਹ ਸਰੀਰ ਮਿਲਿਆ ਹੋਇਆ, ਇਹ ਜਿੰਦ, ਇਹ ਜੀਵ ਇਸਤਰੀ ਜਾਂ ਜੀਵ ਆਤਮਾ, ਉਦੋਂ ਦੀ ਇਹ ਸੁੱਤੀ ਹੀ ਰਹੀ ਹੈ, ਸੋਏ ਰਹੀ। ਅਤੇ ਪ੍ਰਭ ਖਬਰ ਨਾ ਜਾਣੀ, ਜਿਹੜਾ ਸੁੱਤਾ ਹੁੰਦਾ ਉਹਨੂੰ ਕਿਸੇ ਖਬਰ ਦਾ ਪਤਾ ਨਹੀਂ ਲੱਗਦਾ, ਉਹਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਾ ਪਤਾ ਨਹੀਂ ਲੱਗਦਾ, ਕਿਉਂਕਿ ਉਹ ਸੁੱਤਾ ਹੁੰਦਾ। ਸੁੱਤੇ ਹੋਏ ਨੂੰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਉਸ ਨੂੰ ਪਤਾ ਨਹੀਂ ਲੱਗਦਾ, ਪੂਰਾ ਪਤਾ ਨਹੀਂ ਲੱਗਦਾ। ਕਿਉਂ? ਕਿਉਂਕਿ ਸੁੱਤੇ ਹੋਏ ਬੰਦੇ ਨੂੰ ਗਿਆਨ ਜਾਂ ਪੂਰੀ ਜਾਣਕਾਰੀ ਹੋਣੀ ਮੁਸ਼ਕਲ ਹੈ, ਨਹੀਂ ਹੋ ਸਕਦੀ। ਜਦੋਂ ਉਹ ਜਾਗੇਗਾ, ਜਦੋਂ ਉਹ ਫਰੈਸ਼ ਹੋਏਗਾ, ਜਦੋਂ ਉਹ ਕਿਸੇ ਚੀਜ਼ ਦੇ ਨਾਲ ਅਟੈਚ ਹੋਏਗਾ, ਉਸ ਚੀਜ਼ ਦੇ ਕੋਲ ਜਾਂ ਲਾਗੇ ਬੈਠੇਗਾ, ਫਿਰ ਉਸ ਨੂੰ ਜਾਣਕਾਰੀ ਹੋਣੀ ਸ਼ੁਰੂ ਹੋਵੇਗੀ। ਅਤੇ ਜੇ ਕੋਈ ਸੁੱਤਾ ਰਿਹਾ ਅਤੇ ਉਸ ਨੂੰ ਨਾ ਕੋਈ ਗਿਆਨ ਅਤੇ ਨਾ ਕੋਈ ਜਾਣਕਾਰੀ, ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਪ੍ਰਾਪਤ ਨਹੀਂ ਹੋ ਸਕਦੀ। ਸੋ ਸੋਏ ਰਹੀ ਪ੍ਰਭ ਖਬਰ ਨਾ ਜਾਨੀ। ਜੀਵ ਇਸਤਰੀ ਸੁੱਤੀ ਰਹੀ, ਜੀਵ ਆਤਮਾ ਸੁੱਤੀ ਰਹੀ, ਇਹਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਮੇਰਾ ਪਤੀ ਕੌਣ ਹੈ, ਮੇਰਾ ਪਿਤਾ ਕੌਣ ਹੈ, ਜਾਂ ਮੈਂ ਇਸ ਸੰਸਾਰ ਦੇ ਵਿੱਚ ਕਿਸ ਕੰਮ ਦੇ ਲਈ ਆਈ ਹਾਂ। ਕਿਉਂਕਿ ਖਬਰ ਨਹੀਂ ਮਿਲੀ। ਜਿਵੇਂ ਘਰ ਨੂੰ ਜੰਦਰਾ ਲੱਗਾ ਹੋਵੇ, ਪੋਸਟਮੈਨ ਜਾਂ ਡਾਕੀਆ ਸਾਡਾ ਕੋਈ ਪਾਰਸਲ ਦੇਣ ਆਵੇ, ਕੋਈ ਚਿੱਠੀ ਦੇਣ ਆਵੇ, ਜਾਂ ਕੋਈ ਚੀਜ਼ ਪੈਕ ਕਰਕੇ ਮੰਗਵਾਈ ਹੋਵੇ, ਕਿਸੇ ਕੰਪਨੀ ਤੋਂ ਮੰਗਵਾਈ ਹੋਵੇ, ਜਾਂ ਕੋਈ ਵੀ ਆਵੇ ਇਸ ਤਰ੍ਹਾਂ, ਕੋਈ ਸਾਡਾ ਕੋਰੀਅਰ ਆਵੇ, ਜੇ ਸਾਡੇ ਘਰ ਨੂੰ ਜਿੰਦਰਾ ਲੱਗਾ ਤੇ ਫਿਰ ਵੀ ਉਹ ਮੁੜ ਜਾਏਗਾ। ਜੇ ਸਾਡੇ ਘਰ ਦਾ ਦਰਵਾਜ਼ਾ ਖੁੱਲ੍ਹਾ ਪਰ ਅੰਦਰ ਕੋਈ ਸੁੱਤਾ ਹੋਇਆ, ਉਹ ਦਰਵਾਜ਼ਾ ਨਾ ਖੋਲ੍ਹੇ, ਫਿਰ ਵੀ ਉਹ ਜਿਹੜਾ ਸਾਡੀ ਕੋਈ ਚਿੱਠੀ ਪੱਤਰ ਲੈ ਕੇ ਆਇਆ, ਉਹ ਮੁੜ ਜਾਏਗਾ, ਉਹ ਸਾਨੂੰ ਦੇ ਕੇ ਨਹੀਂ ਜਾਏਗਾ, ਕਿਉਂਕਿ ਉਹਦੇ ਤੱਕ ਅਸੀਂ ਪਹੁੰਚੇ ਨਹੀਂ। ਅਸੀਂ ਦਰਵਾਜ਼ਾ ਨਹੀਂ ਖੋਲ੍ਹਿਆ, ਗੇਟ ਨਹੀਂ ਖੋਲ੍ਹਿਆ, ਅਤੇ ਇਸ ਕਰਕੇ ਉਹ ਜਿਹੜਾ ਸੀ ਚਿੱਠੀ ਦੇਣ ਆਇਆ, ਸੁਨੇਹਾ ਦੇਣ ਆਇਆ, ਉਹ ਸਾਡਾ ਦਰਵਾਜ਼ਾ ਬੰਦ ਦੇਖ ਕੇ, ਉਹ ਸਾਨੂੰ ਸੁੱਤਿਆਂ ਨੂੰ ਦੇਖ ਕੇ ਉਹ ਵਾਪਸ ਚਲਾ ਗਿਆ। ਅਤੇ ਸਾਨੂੰ ਫਿਰ ਖਬਰ ਮਿਲੀ ਨਹੀਂ ਵੀ ਸਾਡਾ ਕੋਈ ਸੁਨੇਹਾ ਵੀ ਆਇਆ ਸੀ। ਕਈ ਵਾਰ ਪੁਰਾਣੇ ਜ਼ਮਾਨਿਆਂ ਦੇ ਵਿੱਚ ਚਿੱਠੀ ਜਿਹੜੀ ਹੈ ਉਹ ਕਈ ਮਹੀਨਿਆਂ ਦੇ ਬਾਅਦ ਮਿਲਦੀ ਹੁੰਦੀ ਸੀ, ਅਤੇ ਕਈ ਵਾਰ ਵਿਆਹ ਸ਼ਾਦੀ ਜਿਹੜੀ ਹੈ ਕਿਸੇ ਦੀ ਹੁੰਦੀ ਸੀ, ਉਹ ਲੰਘ ਜਾਂਦੀ ਸੀ, ਪ੍ਰੋਗਰਾਮ ਲੰਘ ਜਾਂਦਾ ਸੀ,
क्योंकि कहते चिट्ठी लेट मिली, तो इस करके असी लेट हो गए। तो जे समय के नाल चिट्ठी मिल जाती तो असी भी आ जाते। सो गुरु साहब जी कहते हैं जिहड़ा गुरबाणी का शब्द है जां बाणी का सुनेहा एक परमात्मा की चिट्ठी है। जदों असी अज्ञानता की नींद दे विच सुते रहने हाँ, गुरु वालों दरवाज़ा बंद कर लेने हाँ, गुरु का सुनेहा तो आउंदा है, गुरु सानू बुलाउंदा तो है, पर वो सुनेहा साडे तक नहीं पहुँचता, तो साडे सुत्तियां दी ही रैन जां रात लंघ जाती है। इत्थे रहन का मतलब है जीवन, इत्थे रहन का मतलब है जिहड़ी जिंदगी असी जिउंदे पे हाँ, जीने पे हाँ। सो गुरु साहब जी फरमान करते रहे, ये जीव इस्त्री जां जीव आत्मा हमेशा ही अज्ञानता दे विच सुती रही, आत्मक जीवन वालों बेप्रवाह, कोई परवाह नहीं कीती, ते उस मालक दे मिलाप दे बारे इसनूं कुछ पता ही ना चलिया, कोई ज्ञान ही ना मिलिया, क्योंकि सुती जो रही। वो जिहड़ा ज्ञान लेना सी वो जागदे लैंदे ने, जागदे उदम जिहड़े करते हैं वो जागदे करते हैं, सुते हुए उदम थोड़ो कर सकते हैं। जिहड़े कमाई करते हैं वो जागदे करते हैं, सुते हुए कमाई नहीं करते, सुते हुए अपने सवासां नूं भी गवा रहे हैं छेती छेती। सो इस करके गुरु साहब जी फरमान करते हैं भी जिहड़ी जिंदगी सी जां आत्मक जीवन वालों जीव आत्मा जिहड़ी है सुती रही, तो सारी जीवन रूपी जिहड़ी रात है ये लंघ गई, तो इसनूं किसी चीज़ की पछाण ना आई भी सच की है तो झूठ की है, क्योंकि ये सुती रही, अवेसली रही, अज्ञानता की नींदरे दे विच रही, तो इसनूं जीवन के मकसद का पता ही ना लग सकिया। सो गुरु साहब जी कहते फिर की पिया, भोर पया बहुर पछतानी, भौर का मतलब दिन जां उम्र का अंत। जिमें दिन चढ़ गया तो जिहड़ा सौ के उठिया तो उसने कोई बहुती कमाई नहीं की, जिहड़ा कोई 8 बजे या 9 बजे उठिया उहदा फर्क, तो जिहड़ा कोई 3-4 बजे उठिया उहदे विच बड़ा फर्क है। जिहड़ा 3-4 बजे उठ गया उसने इशनान पानी करके सारे अपने काम भी निबेड़ लेने ने, सारा कुछ सही कर लेना, पर जिहड़ा लेट उठदा है तो उसके सारे काम लेट हो जाने ने, तो कई बार उसनूं पछतावा भी लगता भी मैं लेट क्यों हो गया। सो गुरु साहब जी फरमान करते हैं, भोर पया उम्र लंघ जाती है, मतलब जिमें उम्र का अंत हो जाता है, भाव दिन चढ़ जाता है, जीवन रूपी रात जिहड़ी बतीत हो जाती है, तो मौत का जिहड़ा समा ये एक दिन आख्या भी दिन चढ़ गया। तो जो वो समा आउंदा फिर गुरु साहब जी फरमान करते हैं, फिर पछतावा, भोर पया बहुर पछतानी, जरा जीवन जोबन गया, किश किया ना नीका, ए जिहरा निर्मोल को कौडी लग मीका। भगत कबीर जी दियाँ ये पंक्तियाँ। सो कहते ने सारा जीवन चला गया, जोर भी चला गया, जवानी भी चली गई, तो इस विच आके कुछ भी कमाया ना, खटिया ना, तो इस तरह ही इस जन्म नूं जिवें कोई बहुत सस्ता कोई चीज़ नूं वेच दवे जां किसी चीज़ नूं महंगी चीज़ नूं हार दवे, तो इस जन्म नूं जुए दे विच हार दिता, जुए जन्म हारिया। सो इसलिए भोर पया बहुर पछतानी, जिंदगी दी रात मुक गई, मौत दा समा आ गया, तो फिर वो जीव इस्त्री जां जिंद जिहड़ी है पछतांदी है। तुसी ध्यान देना, मरण के किनारे पहुंचा होया बंदा कई बार पछताउंदा भी है।
ਉਹ ਆਪਣੇ ਜੀਵਨ ਦੇ ਵਿੱਚ ਜੋ ਕੁਛ ਉਸਨੇ ਕੀਤਾ ਹੁੰਦਾ, ਕੋਈ ਮਾੜੀ ਚੀਜ਼ ਜਿਹੜੀ ਕੀਤੀ ਹੁੰਦੀ ਉਹਨੂੰ ਯਾਦ ਕਰਕੇ ਉਹ ਪਛਤਾਉਂਦਾ ਵੀ ਇਹ ਮੇਰੇ ਕੋਲ ਗਲਤੀ ਹੋ ਗਈ, ਇਹ ਹੋਣੀ ਨਹੀਂ ਸੀ ਚਾਹੀਦੀ। ਕਿਉਂਕਿ ਮੌਤ ਵੇਲੇ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਯਾਦ ਆਉਂਦੀਆਂ ਨੇ ਵੀ ਮੈਂ ਜ਼ਿੰਦਗੀ ਵਿੱਚ ਆਹ ਕੀਤਾ ਆਹ ਕੀਤਾ ਆਹ ਕੀਤਾ। ਜਿਸ ਨੇ ਚੰਗਾ ਕੀਤਾ ਹੁੰਦਾ ਉਹਨੂੰ ਫਿਕਰ ਕੋਈ ਨਹੀਂ ਹੁੰਦਾ, ਜਿਸ ਨੇ ਮਾੜਾ ਕੀਤਾ ਹੁੰਦਾ ਉਹਨੂੰ ਚਿੰਤਾ ਹੁੰਦੀ ਹੈ। ਉਹਨੂੰ ਮਰਨ ਦੀ ਵੀ ਫਿਰ ਚਿੰਤਾ ਪੈ ਜਾਂਦੀ, ਕਿਉਂਕਿ ਜ਼ਿੰਦਗੀ ਦੇ ਵਿੱਚ ਜੋ ਮਾੜੇ ਕਰਮ ਹੋਏ ਨੇ ਉਹ ਪਾਪ ਉਸ ਨੂੰ ਸਤਾਉਂਦੇ ਨੇ ਵੀ ਹੁਣ ਇਹਨਾਂ ਦਾ ਲੇਖਾ ਦੇਣਾ ਪੈਣਾ। ਮੈਂ ਕਿਸੇ ਨੂੰ ਮਾੜਾ ਬੋਲਿਆ, ਕਿਸੇ ਦਾ ਦਿਲ ਦੁਖਾਇਆ, ਕਿਸੇ ਦੇ ਨਾਲ ਮਾੜਾ ਵਿਹਾਰ ਕੀਤਾ, ਕਿਸੇ ਦੇ ਨਾਲ ਧੋਖਾ ਕੀਤਾ, ਕਿਸੇ ਦੇ ਨਾਲ ਫਰੇਬ ਕੀਤਾ। ਇਹ ਚੀਜ਼ਾਂ ਜਿਹੜੀਆਂ ਨੇ ਬੰਦੇ ਨੂੰ ਜ਼ਰੂਰ ਮਰਨ ਵੇਲੇ ਇੱਕ ਪਛਤਾਵੇ ਦੇ ਰੂਪ ਦੇ ਵਿੱਚ ਮਿਲਦੀਆਂ ਹਨ। ਪਰ ਇਹ ਪਛਤਾਵਾ ਜਿਹੜਾ ਫਿਰ ਕੁਛ ਨਹੀਂ ਕਰ ਸਕਦਾ। ਜਿਹੜੇ ਕਰਮ ਕੀਤੇ ਹੁੰਦੇ ਨੇ ਸਾਰੀ ਜ਼ਿੰਦਗੀ ਦੇ, ਉਹ ਓਨੇ ਕੁ ਚਿਰ ਦੇ ਵਿੱਚ ਕਿਵੇਂ ਧੋ ਲਏਗਾ, ਕਿਉਂਕਿ ਇੰਨੀ ਭਜਨ ਬੰਦਗੀ ਨਹੀਂ ਹੈ ਵੀ ਉਹਦੇ ਨਾਲ ਆਪਣੇ ਕਰਮਾਂ ਨੂੰ ਧੋ ਲਵੇ ਜਾਂ ਕੱਟ ਲਵੇ। ਕਿਉਂਕਿ ਜ਼ਿੰਦਗੀ ਭਜਨ ਦੇ ਵਿੱਚ ਨਹੀਂ ਗਈ, ਜ਼ਿੰਦਗੀ ਮਹਾਰਾਜ ਜੀ ਕਹਿੰਦੇ ਭੋਗ ਦੇ ਵਿੱਚ ਗਈ। ਜ਼ਿੰਦਗੀ ਭਜਨ ਦੇ ਵਿੱਚ ਗਈ ਹੁੰਦੀ ਤੇ ਇਹ ਆਖਰੀ ਸਮਾਂ ਨੂੰ ਵੀ ਸਹੀ ਬਣਾ ਲੈਂਦਾ। ਜੀਵਨ ਉਸ ਦਾ, ਜ਼ਿੰਦਗੀ ਉਸ ਦੀ ਜਿਹੜੀ ਹੈ ਉਹ ਸੰਸਾਰ ਦੇ ਭੋਗ ਦੇ ਵਿੱਚ ਗਈ। ਸੋ ਗੁਰੂ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀ ਤਵਾਚੀ ਹੈ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪੌਦਈ ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਸੋ ਆਪਣੀ ਜ਼ਿੰਦਗੀ ਨੂੰ ਮਹਾਰਾਜ ਜੀ ਕਹਿੰਦੇ ਕੇਵਲ ਰਸਾਂ ਦੇ ਵਿੱਚ ਹੀ ਪਾ ਕੇ ਇਸ ਨੇ ਖਤਮ ਕਰ ਲਿਆ। ਰਸ ਕੇਵਲ ਜੀਵ ਦੇ ਨਹੀਂ ਹਨ। ਰਸ ਕੇਵਲ ਖਾਣ ਵਾਲੀਆਂ ਚੀਜ਼ਾਂ ਨੂੰ ਨਹੀਂ ਕਿਹਾ ਵੀ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹੀ ਰਸਦਾਇਕ ਹਨ। ਦੁਨੀਆ ਦੇ ਨਾਲ ਮੋਹ ਕਰਕੇ ਫਸੇ ਰਹਿਣਾ, ਆਪਣੀ ਵਡਿਆਈ ਕਰਕੇ ਫਸੇ ਰਹਿਣਾ, ਮੈਂ ਕਰਕੇ ਫਸੇ ਰਹਿਣਾ, ਜਿਹੜਾ ਮੈਂ ਹੈ, ਅਹੰਕਾਰ ਹੈ ਜਾਂ ਆਪਣੀ ਵਡਿਆਈ, ਇਹ ਵੀ ਇੱਕ ਰਸ ਹੈ। ਦੁਨੀਆ ਨੂੰ ਦੇਖੀ ਜਾਣਾ, ਦੁਨੀਆ ਨੂੰ ਦੇਖ ਦੇਖ ਕੇ ਜੀਣਾ, ਇਹ ਵੀ ਇੱਕ ਰਸ ਹੈ। ਔਰ ਕੰਨਾਂ ਦੇ ਨਾਲ ਦੁਨਿਆਵੀ ਚੀਜ਼ਾਂ ਦੇ ਰਸ ਨੂੰ ਪ੍ਰਾਪਤ ਕਰਨਾ, ਸੋ ਇਹ ਵੀ ਜਿਹੜੀ ਚੀਜ਼ ਹੈ ਇਹ ਵੀ ਇੱਕ ਰਸ ਜਾਂ ਭੋਗ ਦੇ ਵਿੱਚ ਆਉਂਦੀ ਹੈ। ਸੋ ਇਸ ਕਰਕੇ ਖਾਣ ਵਾਲੀਆਂ ਇਕੱਲੀਆਂ ਚੀਜ਼ਾਂ ਨੂੰ ਰਸ ਨਹੀਂ ਕਿਹਾ। ਹੋਰ ਵੀ ਚੀਜ਼ਾਂ ਨੇ ਜਿਹੜੀਆਂ ਸਰੀਰ ਦੇ ਨਾਲ ਅਟੈਚ ਨੇ ਜਾਂ ਸਪਰਸ਼ ਦੇ ਨਾਲ ਵੀ ਰਸ ਮਿਲਦਾ, ਸੁਗੰਧੀ ਦੇ ਨਾਲ ਵੀ ਮਿਲਦਾ। ਇਹ ਸਾਰੇ ਰਸ ਜ਼ਿੰਦਗੀ ਦੇ ਵਿੱਚ ਮਨੁੱਖ ਨੇ ਪ੍ਰਾਪਤ ਕੀਤੇ ਹੁੰਦੇ ਨੇ ਅਤੇ ਇਹ ਰਸ ਜਿਹੜੇ ਇਸ ਨੂੰ ਅੰਤ ਵੱਲ ਲੈ ਕੇ ਜਾਂਦੇ ਨੇ ਅਤੇ ਇਹਨਾਂ ਰਸਾਂ ਨੇ ਇਸ ਨੂੰ ਕਦੇ ਵੀ ਛੁਟਕਾਰਾ ਨਹੀਂ ਦਿਵਾਉਣਾ। ਅਤੇ ਫਿਰ ਬੰਦਾ ਉਹਨਾਂ ਰਸਾਂ ਨੂੰ ਯਾਦ ਕਰ ਕਰਕੇ ਫਿਰ ਰੋਂਦਾ ਹੈ ਅਤੇ ਫਿਰ ਉਹ ਪਛਤਾਵਾ ਕਰਦਾ। ਪਰ ਉਸ ਸਮੇਂ ਆਖਰੀ ਸਮੇਂ ਇਹਦਾ ਕੀਤਾ ਪਛਤਾਵਾ ਭਗਤ ਕਬੀਰ ਜੀ ਦੀ ਬਾਣੀ ਵਿੱਚ ਵੀ ਦੱਸਿਆ ਵੀ ਕੰਮ ਨਹੀਂ ਆਉਂਦਾ। ਪਛਤਾਵਾ ਤੇ ਬਾਣੀ ਦੇ ਵਿੱਚ ਲਿਖਿਆ ਬੰਦੇ ਨੂੰ ਪੈਰ ਪੈਰ 'ਤੇ ਕਰਨਾ ਚਾਹੀਦਾ, ਕਦਮ ਕਦਮ 'ਤੇ ਕਰਨਾ ਚਾਹੀਦਾ। ਇਹ ਨਹੀਂ ਵੀ ਪਛਤਾਵਾ ਵੀ ਪਹਿਲਾਂ ਕੋਈ ਗਲਤ ਕਰਮ ਕਰੀ ਜਾਏ ਅਤੇ ਫਿਰ ਪਛਤਾਵਾ ਕਰੀ ਜਾਏ। ਮਨ ਜਾਣਤ ਸਭ ਬਾਤ, ਜਾਣਦ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਜ਼ਿੰਦਗੀ ਦੀ ਯਾਤਰਾ ਕਰਦਿਆਂ ਕੋਈ ਵੀ ਗਲਤੀ ਹੋਵੇ ਉਸ ਦਾ ਉਸੇ ਸਮੇਂ ਹੀ ਪਛਤਾਵਾ ਕਰਨ ਦੇ ਨਾਲ ਉਹ ਗਲਤੀ ਦੇ ਵਿੱਚ ਸੁਧਾਰ ਹੋ ਜਾਂਦਾ ਹੈ। ਜਦੋਂ ਕੋਈ ਪਛਤਾਵਾ ਕਰਦਾ ਫਿਰ ਉਸ ਗੱਲ ਤੋਂ ਅੱਗੇ ਵਾਸਤੇ ਅਲਰਟ ਹੋ ਜਾਂਦਾ ਹੈ, ਅੱਗੇ ਵਾਸਤੇ ਸਹੀ ਹੋ ਜਾਂਦਾ ਹੈ। ਸੋ ਜੋ ਇਨਸਾਨ ਜ਼ਿੰਦਗੀ ਦੇ ਵਿੱਚ ਪਛਤਾਵਾ ਨਹੀਂ ਕਰਦਾ ਉਹਦੇ ਪਾਪਾਂ ਦੀ ਮੈਲ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਪਛਤਾਵਾ ਪਾਪ ਨੂੰ ਧੋ ਦਿੰਦਾ, ਪਛਤਾਵਾ ਪਾਪ ਨੂੰ ਖਤਮ ਕਰ ਦਿੰਦਾ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਉਮਰ ਲੰਘ ਗਈ,
जे उम्र लंघ गई भोर भया दिन चढ़ गया, उम्र दी रात का अंत हो गया, मौत का समा आ गया, फिर तू पछताना शुरू कर दिता, फिर नहीं, क्योंकि फिर तेरे वस की गल नहीं, क्योंकि तेरा शरीर काम नहीं करता, फिर पछतावे का की फायदा। पछतावा उदों ही किया जाए जदों नैन प्रैन ठीक होण, जदों शरीर चलता होवे उदों पछतावा किया जाता। फिर बंदा कर्म भी कर लेंदा, फिर बंदा कर्म भी कर लेंदा, चंगे कर्म भी कर लेंदा, माड़े कर्मां नूं छड्ड भी दिंदा पछतावा करके। तो जिहड़ा पिया ही मरण के किनारे है वो पछतावा करके करेगा की। सो भगत कबीर जी कहते फिर तेरे नाल कोई किसी किस्म की दया तेरे नाल वरती नहीं जानी कि ये ते दया कर दो, इनू बचा लो, नहीं। परमात्मा भी फिर उस ते दया नहीं करता। दया उस ते ही हुंदी है जिसने अपनी जिंदगी दे रहिंदियां कोई कर्म किए होण, उहदे ते महाराज दया करदा। उहदे ही सवास जिहड़े ने सही तरीके दे नाल कढदा है मालक, जिसने अपनी पिछली जां बीती हुई जिंदगी नूं सोहना बनाया हो, उन्होंने महाराज आप अगे लैके, आप अगे हो के अपनी गोद दे विच बिठा के अपने चरनां दे विच लैके जांदे हन। पर जिन्हें अपनी जिंदगी विच गुरु नूं देखिया ही नहीं, गुरु नूं सुनिया ही नहीं, गुरु की गल ही नहीं सुनी, गुरु नूं मिलिया ही नहीं, तो वह आखिरी समय ते कह दवे भी गुरु मेरे कोल आ जाए, गुरु मैनू अपने नाल लै जाए। गुरु नूं ते जानिया ही नहीं, गुरु नूं ते कदी मिलिया ही नहीं। जिसनों मिलिया ना होवे बंदा उन्होंने की कह सकता भी मेरा कोई कम कर दे। जिस नाल दोस्ती होवे, जिहदे नाल जान पछाण होवे, उहदे कोलों ही कम लिया जाता है। तो गुरु नूं जे किसी ने सारी जिंदगी याद नहीं किया, गुरु के नाम नूं जपिया ना, गुरु नूं देखिया ना, गुरु के चरनां विच अरदास ना की, जे वो अंत वेले कहे भी हुण आपां किसी गुरु घर के ग्रंथी भाई नूं लिया के सुखनी साहब करा के इहदी बांह फड़ा दी, या नहीं फड़ी जानी, कदे भी नहीं, कदे भी नहीं। गुरु देखदा है हुण ते इहदा अंत है, हुण की है। इसने जिउंदे जी मैनू बांह फड़ाउणी सी, तां मैं इहदी बांह सदा लई फड़ी रखनी सी, हुण ते मजबूर है, हुण ते छुटकारा चाहुंदा, इस करके बाणी दा आसरा लै रिहा। गुरु नूं भी पता है लोक पतीने कशु ना होवे, ना ही राम इयाना। मर लग्या जे कोई महाराज जी कहते पुनदान दी कहे भी हुण पुनदान कर दिओ, वो मालक जानदा, वो न्याणा नहीं, उन्होंने पता भी हुण, इन्हूं पता भी हुण मेरे ये काम दा नहीं रहा। मजबूरी दे विच कीती सेवा जां मजबूरी दे विच कीता दान, मजबूरी दे विच कीता पुन्न, मजबूरी दे विच पढ़ी सुनी बाणी जड़ी है वो असर नहीं करती, क्योंकि बाणी विच लिखिया पातशाह ने बद्धा चट्टी जो परे, ना गुण ना उपकार। लेखे विच वही चीज़ लगती है जिहड़ी शौक नाल कीती जावे, मन ला के कीती जावे, चाहे वह सिमरन है ते चाहे वह सेवा है। जे देखा देखी की जाए, दिखावे दे लई कीती जावे, तो महाराज जी कहते वो जड़ा सिमरन ते वो जड़ी सेवा है वो जीवन नूं मुक्त नहीं करती। ध्यान देना, जीवन नूं मुक्त नहीं करती। देखो जी असीं इत्थे बाणी सुनते हैं जां पढ़ते हैं, बिल्कुल किसी नूं दिखावे लई नहीं है, दिखावे दे लई नहीं है। ये सिर्फ अपने आप नूं गुरु नाल जोड़न दे लई, मन नूं समझाउण दे लई है। असी सारिਆਂ ने अपने मन नूं समझाउण दे लई ही बाणी दा आसरा लैना, बाणी नूं पढ़ना। फिर ये बाणी जिहड़ी है बिल्कुल महाराज जी कहंदे तेरे अंत वेले जदों तू वाहिगुरु कहेंगा, तेरा वाहिगुरु क्या ते आम बंदे दा वाहिगुरु कहे दे विच बड़ा फर्क हुंदा है। अंत काल नारायण सिमरे, ऐसी चिंता महजे मरे, बदत तलोचन ते नर मुक्ता, पितंबर वाक्य हृदय वसे। जिसने अपनी पिछली जिंदगी में जदों सही हुंदा उदों परमात्मा दे नाल मन लाया होएगा, तो आखिरी समय ओदा वाहिगुरु एक बारी कहा भी प्रवान किया जा सकता है। किनका? एक जिस जी वसावे ताकि महिमा गणी ना आवे। सो जिवें मैं पहला बेनती की, जे जिंदगी दे विच कुछ नहीं किया
ਜ਼ਿੰਦਗੀ ਦੇ ਵਿੱਚ ਧਰਮ ਪੁੰਨ ਨਹੀਂ ਕਮਾਇਆ, ਨਹੀਂ ਸ਼ੁਕਰਾਨਾ ਕੀਤਾ, ਤੇ ਆਖਰ ਵੇਲੇ ਪੜ੍ਹੀ ਜਾਂ ਉਸ ਨੂੰ ਸੁਣਾਈ ਹੋਈ ਬਾਣੀ ਦਾ ਵੀ ਅਸਰ ਨਹੀਂ ਹੋਵੇਗਾ। ਧਿਆਨ ਦੇਣਾ। ਜਾਂ ਹੋਰ ਉਦਾਹਰਨ ਲੈਂਦੇ ਹਾਂ, ਕੋਈ ਪੂਰਾ ਸਾਲ ਨਿਆਣਾ ਬੱਚਾ ਸਕੂਲੇ ਨਾ ਗਿਆ ਹੋਵੇ, ਉਹ ਪੇਪਰ ਵਾਲੇ ਦਿਨ ਜਾ ਕੇ ਕਹੇ ਵੀ ਹੁਣ ਮੈਂ ਇੱਥੇ ਕੁਛ ਲਿਖ ਦੇਵਾਂ ਅਤੇ ਮੈਂ ਪਾਸ ਹੋ ਜਾਵਾਂ, ਉਹ ਪਾਸ ਹੋ ਜਾਏਗਾ, ਕਿਉਂਕਿ ਉਸਨੇ ਜਿਹੜਾ ਉਹਨੂੰ ਸਮਾਂ ਦਿੱਤਾ ਗਿਆ ਸੀ 1 ਸਾਲ ਦਾ, ਉਸਨੇ ਉਸ ਨੂੰ ਗਵਾ ਲਿਆ। ਉਸਨੇ ਉਸ ਸਮੇਂ ਨੂੰ ਸਫਲ ਨਹੀਂ ਕੀਤਾ, ਉਸ ਸਮੇਂ ਦੇ ਵਿੱਚ ਪੜ੍ਹਾਈ ਨਹੀਂ ਕੀਤੀ, ਅਤੇ ਹੁਣ ਪੇਪਰਾਂ ਵਾਲੇ ਮਹੀਨੇ ਉਹ ਸਕੂਲ ਜਾਣ ਲੱਗ ਪਏ, ਅਤੇ ਫਿਰ ਉਸ ਨੇ ਪਾਸ ਨਹੀਂ ਹੋਣਾ। ਜਿਸ ਨੇ ਫਾਈਨਲ ਐਗਜ਼ਾਮ ਦੇਣੇ ਨੇ, ਉਸ ਨੂੰ ਪਹਿਲਾਂ ਪੜ੍ਹਾਈ ਕਰਨੀ ਪੈਣੀ ਹੈ, ਉਸ ਨੂੰ ਪਹਿਲਾਂ ਸਕੂਲ ਜਾਣਾ ਪੈਣਾ, ਹਾਜ਼ਰੀ ਲਵਾਉਣੀ ਪੈਣੀ ਹੈ, ਤਾਂ ਜਾ ਕੇ ਉਹ ਅਖੀਰ ਦੇ ਵਿੱਚ ਪੇਪਰਾਂ ਦੇ ਵਿੱਚ ਬਹਿ ਸਕਦਾ ਜਾਂ ਪੇਪਰ ਦੇ ਸਕਦਾ। ਔਰ ਪਾਸ ਉਹੀ ਹੁੰਦਾ ਜਿਸ ਨੇ ਪੜ੍ਹਿਆ ਹੋਵੇ, ਜਿਸ ਨੇ ਮਿਹਨਤ ਕੀਤੀ ਹੋਵੇ। ਸੋ ਇਸ ਸੰਸਾਰ ਸਾਗਰ ਤੋਂ ਉਹੀ ਪਾਰ ਲੰਘਦਾ ਜਿਸ ਨੇ ਜੋਬਨ ਵੇਲੇ, ਮਤਲਬ ਜਵਾਨੀ ਦੇ ਵਿੱਚ, ਬੁਢਾਪੇ ਦੇ ਵਿੱਚ, ਬਾਲਪਣ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਹੋਵੇ, ਪਰਮਾਤਮਾ ਨੂੰ ਯਾਦ ਕੀਤਾ ਹੋਵੇ, ਉਹਦਾ ਅੰਤ ਵੀ ਚੰਗਾ ਹੋਏਗਾ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਪ੍ਰਿਆ ਪ੍ਰੇਮ ਸਹਿਜ ਮਨ ਆਨੰਦ ਤਰੋਰੀ। ਮਹਾਰਾਜ ਜੀ ਕਹਿੰਦੇ, ਇਹ ਮੇਰੀ ਜੀਵ ਆਤਮਾ ਉਸ ਪ੍ਰੇਮ ਦੇ ਵਿੱਚ ਤੂੰ ਲੱਗ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਟਿਕਾਈ ਰੱਖ, ਧਿਆਨ ਰੱਖ, ਉਸ ਦੇ ਨਾਲ ਜੁੜ ਕੇ ਰਹਿ। ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੋ ਰੀ ਰਹਾਓ। ਜਿਸ ਨੂੰ ਮਾਲਕ ਦੇ ਮਿਲਣ ਦੀ ਤਾਂਘ ਹੋਵੇ, ਗੁਰੂ ਮਹਾਰਾਜ ਜੀ ਕਹਿੰਦੇ ਉਸ ਨੂੰ ਹੋਰ ਕੋਈ ਚੀਜ਼ ਦੀ ਲਾਲਸਾ ਜਾਂ ਕਿਸੇ ਕਿਸਮ ਦੀ ਹੋਰ ਤਾਂਘ, ਜਾਂ ਮਹਾਰਾਜ ਜੀ ਕਹਿੰਦੇ ਕੋਈ ਆਲਸ ਨਹੀਂ, ਮਤਲਬ ਉਸ ਨੂੰ ਲੱਗਦਾ, ਕੋਈ ਆਲਸ ਨਹੀਂ ਆਉਂਦਾ। ਜਿਹਨੂੰ ਪ੍ਰਭੂ ਮਿਲਣ ਦੀ ਤਾਂਘ ਹੈ, ਉਹਨੂੰ ਮਹਾਰਾਜ ਜੀ ਕਹਿੰਦੇ ਆਲਸ ਰੋਕ ਨਹੀਂ ਸਕਦਾ। ਆਲਸ ਜਿਹੜਾ ਹੈ ਨਾ, ਉਹ ਨੀਂਦ ਨੂੰ ਸੱਦਾ ਦਿੰਦਾ, ਆਲਸ ਨੀਂਦ ਨੂੰ ਸੱਦਾ ਦਿੰਦਾ। ਅਤੇ ਜਿਹਨੂੰ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ, ਪ੍ਰਮਾਤਮਾ ਨੂੰ ਮਿਲਣ ਦੀ ਜਿਹਦੇ ਅੰਦਰ ਚਾਹਤ ਹੈ, ਉਹ ਆਲਸ ਛੱਡ ਦਿੰਦਾ, ਆਲਸ ਛੱਡ ਦਿੰਦਾ, ਭਾਵ ਆਪਣੀ ਨੀਂਦ ਛੱਡ ਦਿੰਦਾ ਹੈ। ਜਿਹਨੂੰ ਪ੍ਰਮਾਤਮਾ ਦੇ ਮਿਲਣ ਦੀ ਤਾਂਘ ਹੈ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ। ਸੋ ਸਾਡੇ ਹੱਥਾਂ ਦੇ ਵਿੱਚ ਮਾਲਕ ਨੇ ਉਹ ਨਾਮ ਰੂਪੀ ਜਲ ਲਿਆ ਕੇ ਸਾਨੂੰ ਦੇ ਦਿੱਤਾ। ਕਰਮ ਹੈ, ਸਾਡੇ ਹੱਥਾਂ ਦੇ ਵਿੱਚ ਗਿਆਨ ਹੈ। ਕਰਮ ਇੰਦਰੇ, ਗਿਆਨ ਇੰਦਰੇ, ਜਦੋਂ ਤੱਕ ਸਾਡੇ ਅੰਦਰ ਪ੍ਰਾਣ ਹੈ, ਇਹ ਕੰਮ ਕਰਦੇ ਹਨ, ਚੱਲਦੇ ਹਨ। ਜਦੋਂ ਤੱਕ ਸਾਡੇ ਸਰੀਰ ਵਿੱਚ ਜਾਨ ਹੈ, ਉਦੋਂ ਤੱਕ ਸਾਨੂੰ ਗਿਆਨ ਵੀ ਜਿਹੜਾ ਉਹ ਪ੍ਰਾਪਤ ਹੋ ਸਕਦਾ। ਹੱਥਾਂ ਦੇ ਵਿੱਚ ਗੁਟਕਾ ਫੜ ਸਕਦੇ ਹਾਂ, ਗਿਆਨ ਫੜ ਸਕਦੇ ਹਾਂ। ਹੱਥਾਂ ਦੇ ਵਿੱਚ ਵੀ ਜਿਹੜਾ ਅਸੀਂ ਗੁਟਕਾ ਸਾਹਿਬ ਫੜਦੇ ਹਾਂ, ਇਹਦੇ ਵਿੱਚ ਵੀ ਗਿਆਨ ਹੈ। ਗੁਰੂ ਸਾਹਿਬ ਜੀ ਕਹਿੰਦੇ ਕਰਮ ਹੈ ਅੰਮ੍ਰਿਤ। ਕਰਮ ਮਤਲਬ ਹੱਥਾਂ ਦੇ ਵਿੱਚ, ਕਰਮ ਹੈ ਅੰਮ੍ਰਿਤ। ਅੰਮ੍ਰਿਤ ਕਿਹੜਾ ਹੈ? ਉਹ ਗੁਰੂ ਦੀ ਬਾਣੀ, ਸ਼ਬਦ ਗੁਰੂ ਦੇ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ। ਗੁਰੂ ਸਾਹਿਬ ਨੇ ਤੇਰੇ ਹੱਥਾਂ ਦੇ ਵਿੱਚ ਗਿਆਨ ਪਕੜਾ ਦਿੱਤਾ ਵੀ ਆਹ ਲੈ ਗਿਆਨ, ਹੁਣ ਇਸ ਨੂੰ ਛਕ ਲੈ, ਇਸ ਨੂੰ ਜਿੱਥੇ ਮਰਜ਼ੀ ਰੱਖ ਲੈ, ਇਹ ਤੇਰੀ ਮਰਜ਼ੀ ਹੈ। ਮਤਲਬ ਹੱਥ ਦੇ ਵਿੱਚ ਤੈਨੂੰ ਗਿਆਨ ਦੇ ਦਿੱਤਾ, ਫੜਾ ਦਿੱਤਾ। ਜਾਂ ਇੰਝ ਵੀ ਕਹਿ ਸਕਦੇ ਹਾਂ, ਕਿਸੇ ਨੂੰ ਪੜ੍ਹਨ ਵਾਲੀ ਕਿਤਾਬ ਮਿਲ ਜਾਏ, ਹੁਣ ਉਹ ਰੱਖਣੀ ਚਾਹੁੰਦਾ ਜਾਂ ਉਸ ਨੂੰ ਪੜ੍ਹਨੀ ਚਾਹੁੰਦਾ, ਉਹਦੀ ਮਰਜ਼ੀ ਹੈ। ਜੇ ਉਸਨੇ ਘਰ ਦੀ ਨੁੱਕਰ ਜਾਂ ਖੂੰਜੇ ਵਿੱਚ ਰੱਖ ਦਿੱਤੀ, ਫਿਰ ਉਸਨੇ ਗਿਆਨ ਨਹੀਂ ਦੇਣਾ। ਜੇ ਉਸਨੇ ਆਪਣੇ ਹੱਥਾਂ ਦੇ ਨਾਲ ਉਸ ਨੂੰ ਫਰੋਲ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ, ਅਤੇ ਉਸਨੇ ਗਿਆਨ ਦੇ ਦੇਣਾ। ਸੋ ਗੁਰੂ ਮਹਾਰਾਜ ਜੀ ਕਹਿੰਦੇ ਤੇਰੇ ਹੱਥਾਂ ਦੇ ਵਿੱਚ ਉਸਨੇ ਗਿਆਨ ਫੜਾ ਦਿੱਤਾ ਹੈ, ਹੁਣ ਤੇਰੀ ਮਰਜ਼ੀ ਹੈ ਵੀ ਉਸ ਗਿਆਨ ਨੂੰ ਪ੍ਰਾਪਤ ਕਰਨਾ ਕਿ ਨਹੀਂ। ਜਾਂ ਇੰਝ ਕਹਿ ਦਈਏ ਵੀ ਸਾਡਾ ਜੀਵਨ ਜਿਹੜਾ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਗਿਆਨ ਨੂੰ ਬਖਸ਼ਿਸ਼ ਕਰ ਦਿੱਤਾ ਹੈ, ਦੇ ਦਿੱਤਾ ਹੈ, ਸਾਨੂੰ ਥਮਾ ਦਿੱਤਾ ਹੈ, ਫੜਾ ਦਿੱਤਾ ਹੈ। ਹੁਣ ਇਸ ਨੂੰ ਫੜ ਕੇ ਰੱਖਣਾ ਜਾਂ ਇਸ ਨੂੰ ਛੱਡ ਦੇਣਾ, ਇਹਦੀ ਮਰਜ਼ੀ ਹੈ।
खिसर गयो भूम पर डारियो। सो महाराज जी कहते ने जिस दे हत्थां दे विचों वो चीज़ खिसक जाती है, ध्यान देना, कोई कच का भांडा हत्थ विचों खिसक जाए तो टुट जाता है। इस तरह जिस दे हत्थ दे विच कई बार कोई महंगी चीज़ आई होवे, जे हत्थां दे विचों खिसक जाए तो नुकसान हो जाता। सो जिवें कहते भी अज साडे हत्थ विच है, अज दा दिन, अज दा समा, ये उम्र अज साडे हत्थ विच है, कल दा पता नहीं। असीं कहंदे हां जां कहंदे आ भी मेरे हत्थ वस कुछ नहीं। सो गुरु साहब जी कहंदे ने खिसर गयो, मतलब डुल जाना, वह जाना। धरती दे उपर साडा जीवन जिहड़ा है जे वह गया, डुल गया, रुड़ गया तो इसने मिट्टी दे विच रल जाना। देखो एक दुध कितनी कीमती वस्तु है, जे दुध नूं असीं मिट्टी दे विच सुट दईए तो पता नहीं लगना दुध किधर गया, समा जाना है उसने मिट्टी दे विच। भावें महंगी तो महंगी चीज़ मिट्टी के उपर सुट दो, उसने मिट्टी हो जाना, खाक हो जाना। सो जीवन जिहड़ा महाराज जी कहते बहुत कीमती है, ये खिसर ना जाए, ये हथों निकल ना जाए, डुल ना जाए। जे धरती ते टुट गया, डिग के तां भी नुकसान, जे धरती दे विच समा गया तां भी नुकसान। सो इस करके अपने जीवन नूं संभालना, साध मोहे लादी हंकारे। सो ये जीव आत्मा सारी जिंदगी स्वादां दे विच, हंकार दे विच दबी रहिंदी है, लद्दी रहिंदी है। लादी हंकारे, हंकार दे नाल इंसान जिहड़ा वो लद्दिया रहिंदा है, अहंकार दा भार ही दूर नहीं कर सकदा। इस करके इस कोलों यात्रा नहीं हुंदी। दोष नाही प्रभ करने हारे। सो ये जिहड़ियां चीज़ां इंसान ने आप कीतियां, इहदा दोष किसी दूजे नूं देना गलत है। दोष नाही प्रभ करने हारे, होर किसी नूं दोष नहीं दिता जा सकदा। जो कुछ करदा मनुख जिहड़ा अपनी सोच दे नाल करदा, अपने दिमाग नाल करदा। जवान दे विचों जिहड़ी भी गल करदा अपने दिमाग राहीं करदा। जे किसी का भला करदा अपने दिमाग दे विच कोई सोच आंदी है, भला करदा। जे किसी का नुकसान करदा जां किसी नूं बुरा बोलदा तो उहदे दिमाग दे विचों ही कोई चीज़ पैदा हुंदी है, सोच उहदे नाल करदा। तो जदों उस चीज़ का उसनूं खमियाजा भुगतना पवे तो फिर मालक जी कहंदे ने भी होर किसी नूं दोष नहीं देना। जिस तरह के असीं अल्फाज किसी नूं बोलांगे, ध्यान देना, असीं किसी नूं औखे हो के बोलांगे, कभी भी आस ना रखियो तुहानूं वो अग्गों प्यार नाल बोलेगा। बच्चिआं नूं घर बोल के देख लेना, वड्डिआं नूं बोल के देख लेना, छोटे बच्चिआं नूं बोल के देख लेना। प्यार दे बदले अगला प्यार दे नाल जवाब देवेगा। इज्जत नाल किसी नूं बुलावांगे, अगला इज्जत नाल जवाब देवेगा। कुदरत की क्रिया है, विधान है। जे किसी नूं गलत भावना दे नाल, गलत तरीके दे नाल कोई बुलावेगा, उच्ची आवाज़ विच बुलावेगा, उस नूं उसे तरह की अग्गों आवाज़ मिलेगी। क्योंकि जो ये युग चल रहा है ना, अगे 20वीं सदी दे विच जिन्ने असीं बैठे हाँ, ज़्यादा करके असीं 20वीं सदी भी देखी, 21वीं सदी दे विच आ गए हैं। जे कोई कहे भी 20वीं सदी वाली सोच अज है, असीं 20वीं सदी दे विच बच्चे सां, अज असीं जवान हो गए। हुण जिहड़े 21वीं सदी दे बच्चे है ना, तुसीं देख लेना किसी बच्चे नूं छेड़ के, किसी बच्चे दे नाल गल करके देख लेना। क्योंकि उन्हां दी जिहड़ी अजकल दी पढ़ाई है ना, सारे बच्चे बहुत सोहनी पढ़ाई करते हैं, CBSE स्कूलों में पढ़ते हैं, उन्होंने बहुत नॉलेज है, साडे नालों भी ज़्यादा। वो बड़े लॉजिक ते दलील नाल गल करते हैं। इस करके जे असीं उन्होंने दबावांगे, असीं कहांगे नहीं भी तो असीं तो हैं पुराने, तो जिहड़े अज दे बच्चे ने, वो अज दी जनरेशन है, उन्हां दा दिमाग कंप्यूटर तो भी तेज़ है, उन्हां दा मुकाबला असीं नहीं कर सकते। जे असीं कह दईए भी असीं अपनी पुरानी सोच उन्हां ते थोप दईए, उन्होंने दबका के धमका के ये काम करा लीए, तो अज दे बच्चे जिहड़े ने वो कदे भी नहीं करते। भावें मजबूरी विच कर लैणगे, खुश नहीं होणगे, वो अगे सानूं वधिया रिस्पॉन्स नहीं देणगे, कदी भी नहीं देणगे। इस करके अज दे युग दे विच जिहड़ा जी रहा, जी उसने सत्कार प्राप्त करना है, इज्जत प्राप्त करनी है, तो सामने वाले नूं सत्कार मान इज्जत देना पएगा।
प्यार देना पेगा, प्यार के बदले बहुत सारा प्यार मिलेगा। तो जे कोई मंदा बोल बोलेगा ਉਹਦੇ बदले बहुत मंदे बोल मिलणगे। इसलिए सतगुरु जी कहते फिर दोष ना किसी ਨੂੰ ਦੇ, क्योंकि दद्दा दोष न दिओ किसे, दोष कर्मा अपने जो मैं किया सो मैं पाया, दोष न दीजै अवर जना। सो किसी ਨੂੰ दोष देना ये अज्ञानत है। अपनी ही खेती है, जिवें दी साडी खेती है उदां दा सानू फल मिलेगा, जिवें दा साडा बोलना है उदां दा जवाब मिलेगा, जिवें दा साडा कर्म है, जिवें दा साडा परिवार विच संसार दे विच रहना है उदां दा ही सानू रिस्पॉन्स दुनिया देगी, परिवार साडा देवेगा, साडे धीआं पुत्तर देणगे। जे साडा घर दे विच बसना रहना वधिया नहीं, सानू वधिया रिस्पॉन्स नहीं मिलेगा, मतलब सानू सत्कार नहीं मिलेगा। जे संसार दे विच भी असीं होशेपन दे नाल तुरांगे, हंकार दे नाल तुरांगे, सानू मान इज्जत वडियाई नहीं मिलेगी। जे निमरता नाल हथ जोड़ के संसार दे विच परिवार दे विच विचरांगे, सारे पासों ठंडी हवा मिलेगी, इज्जत मान ते सत्कार मिलेगा। बहुत मैं जिवें पहला बेनती की थी, अज दी जनरेशन बहुत ज़्यादा अलर्ट है, बहुत ज़्यादा होशियार है, वो बहुत ज़्यादा सन्मान करती है, इज्जत करती है, पर किन्हां दी इज्जत कराउण वालियां दी ते करन वालियां दी। सो दोष नहीं देना। महाराज जी कहते फिर किसी नूं साध संग मिटे भरम अंधारे। संगत करन दे नाल महाराज जी कहते भटकना दूर हो जाती है, कई गल्लां दा जवाब मिल जाता है, हनेरा दूर हो जाता है। नानक मिली सिरजनहार। सो नानक उस नूं उस सिरजनहार दे नाल मिला दिंदा जिहड़ा संगत करदा। सो ये सी अज दे लड़ीवार शब्द दी विचार जो गुरु साहब ने मेहर करके सेवा लई है। सो इसका भाव अर्थ सब दे हिरदियां ते महाराज जी वसावे। भुलां चुकां दी खिमा। वाहिगुरू जी का खालसा, वाहिगुरू जी की फतेह।